ਸਿੰਘ ਸਭਾ ਲਹਿਰ ਤੇ ਪਿਛੋਕੜ ਸੰਬੰਧੀ ਅਸੀਂ ਤੁਹਾਡੇ ਨਾਲ ਪਿਛਲੀ ਵੀਡੀਓ ਜਰੀਏ ਸਾਂਝ ਪਾ ਚੁੱਕੇ ਹਾਂ। ਅੱਜ ਦੀ ਵੀਡੀਓ ਵਿੱਚ ਅਸੀਂ ਇਸ ਦੇ ਉਦੇਸ਼ ਦਾ ਜ਼ਿਕਰ ਕਰਾਂਗੇ, ਜਿਹੜਾ ਕਿ ਡਾਕਟਰ ਰਾਜਵਿੰਦਰ ਸਿੰਘ ਜੋਗਾ ਹੋਰਾਂ ਵੱਲੋਂ ਆਪਣੀ ਪੁਸਤਕ ਸਿੰਘ ਸਭਾ ਲਹਿਰ ਸਥਾਪਨਾ, ਉਦੇਸ਼, ਕਾਰਜ ਤੇ ਪ੍ਰਾਪਤੀਆਂ ਵਿੱਚ ਜ਼ਿਕਰ ਕੀਤਾ ਗਿਆ ਹੈ। ਮੁੱਢਲੀ ਸਿੰਘ ਸਭਾ ਦੇ ਉਦੇਸ਼ ਬਾਰੇ ਜ਼ਿਕਰ ਕਰਦਿਆਂ ਉਹ ਲਿਖਦੇ ਨੇ ਕਿ ਸਿੱਖ ਧਰਮ ਦੀ ਪਵਿੱਤਰਤਾ ਨੂੰ ਮੁੜ ਸਥਾਪਿਤ ਕਰਨਾ, ਸਿੱਖ ਧਰਮ ਅਤੇ ਸਮਾਜ ਵਿੱਚ ਆਈਆਂ ਕੁਰੀਤੀਆਂ ਨੂੰ ਦੂਰ ਕਰਕੇ ਗੁਰਮਤਿ ਮਰਿਆਦਾ ਨੂੰ ਸਥਾਪਿਤ ਕਰਨਾ, ਸਿੱਖ ਧਰਮ ਵਿੱਚ ਆਵੜੇ ਜਾਤੀ ਅਭਿਮਾਨ, ਵਹਿਮ ਭਰਮ, ਅਗਿਆਨਤਾ ਤੇ ਅਨਪੜ੍ਹਤਾ ਨੂੰ ਦੂਰ ਕਰਨਾ, ਵੱਖ-ਵੱਖ ਥਾਵਾਂ ਤੇ ਨਿੱਜੀ ਗੁਰੂਡਮ ਫੈਲਾ ਰਹੇ ਬੇਦੀਆਂ, ਸੋਢੀਆਂ, ਭੱਲਿਆਂ, ਮਨਮਤੀ ਮਹੰਤਾਂ, ਪੁਜਾਰੀਆਂ, ਪਖੰਡੀ ਸਾਧਾਂ ਤੇ ਸੰਤਾਂ ਦਾ ਸੁਧਾਰ ਕਰਕੇ ਉਹਨਾਂ ਨੂੰ ਨਿਰੋਲ ਗੁਰਮਤਿ ਪ੍ਰਚਾਰ ਕਰਨ ਲਈ ਪ੍ਰੇਰਨਾ, ਤਾਂ ਜੋ ਸਮੂਹ ਖਾਲਸਾ ਪੰਥ ਇਕਮੁੱਠ ਹੋ ਕੇ ਪਹਿਲੇ ਵਾਂਗ ਪੂਰਨ ਤੌਰ ਤੇ ਜਥੇਬੰਦ ਹੋ ਸਕੇ। ਸਿੱਖ ਧਰਮ ਦੀਆਂ ਧਾਰਮਿਕ ਤੇ ਇਤਿਹਾਸਕ ਪੁਸਤਕਾਂ ਨੂੰ ਸੰਪਾਦਿਤ ਤੇ ਪ੍ਰਕਾਸ਼ਿਤ ਕਰਨਾ, ਈਸਾਈ ਮਤ ਵਿੱਚ ਸ਼ਾਮਲ ਹੋਏ ਸਿੱਖਾਂ ਨੂੰ ਸਿੱਖ ਧਰਮ ਵਿੱਚ ਵਾਪਸ ਲਿਆਉਣਾ, ਪੰਜਾਬੀ ਭਾਸ਼ਾ ਦਾ ਵਿਕਾਸ ਤੇ ਪਸਾਰ ਕਰਨਾ, ਅੰਗਰੇਜ਼ਾਂ ਨੂੰ ਸਿੱਖਾਂ ਦੀ ਵਿਦਿਅਕ ਨੀਤੀ ਤੋਂ ਜਾਣੂ ਕਰਵਾਉਣਾ ਤੇ ਉਹਨਾਂ ਦਾ ਸਹਿਯੋਗ ਪ੍ਰਾਪਤ ਕਰਨਾ। ਤੇ ਇਸ ਤਰ੍ਹਾਂ ਹੀ ਮੁੱਖ ਉਦੇਸ਼ ਸਿੰਘ ਸਭਾ ਦੇ ਰੱਖੇ ਗਏ ਸੀ। ਸਿੰਘ ਸਭਾ ਦੇ ਮੈਂਬਰ ਬਣਨ ਲਈ ਬਕਾਇਦਾ ਤੌਰ ਤੇ ਕੁਝ ਨਿਯਮ ਵੀ ਮੁਕਰਰ ਕੀਤੇ ਗਏ ਸੀ ਤਾਂ ਕਿ ਸੁਚਾਰੂ ਢੰਗ ਨਾਲ ਕਾਰਜ ਕੀਤੇ ਜਾ ਸਕਣ। ਤਖਤ ਸਾਹਿਬਾਨ ਤੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੋਂ ਇਸ ਸਭਾ ਦੀ ਹਮਦਰਦੀ ਲਈ ਹੁਕਮਨਾਮੇ ਵੀ ਜਾਰੀ ਕੀਤੇ ਗਏ। ਹੁਣ ਗੱਲ ਕਰਾਂਗੇ ਸਭਾ ਦੇ ਮੈਂਬਰ ਬਣਨ ਲਈ ਜਿਹੜੇ ਨਿਯਮ ਮੁਕਰਰ ਕੀਤੇ ਗਏ ਸੀ ਉਹਨਾਂ ਦੀ। ਉਹ ਵਿਅਕਤੀ ਜੋ ਸਿੱਖ ਧਰਮ ਭਾਵ ਗੁਰੂ ਉਪਦੇਸ਼ ਉੱਤੇ ਨਿਸ਼ਚਾ ਰੱਖਦਾ ਹੋਵੇ, ਉਹ ਸਿੰਘ ਸਭਾ ਦਾ ਮੈਂਬਰ ਬਣ ਸਕਦਾ ਹੈ। ਇਸੇ ਤਰ੍ਹਾਂ ਹਰ ਮੈਂਬਰ ਨੂੰ ਸਿੰਘ ਸਭਾ ਪ੍ਰਤੀ ਵਫਾਦਾਰ ਤੇ ਸਿੱਖ ਧਰਮ ਦੀ ਸੇਵਾ ਕਰਨ ਦੀ ਸਹੁੰ ਚੁੱਕਣੀ ਹੋਵੇਗੀ। ਹਰ ਮੈਂਬਰ ਨੂੰ ਹਰ ਮਹੀਨੇ ਸਭਾ ਨੂੰ ਕੁਝ ਚੰਦਾ ਵੀ ਦੇਣਾ ਹੋਵੇਗਾ। ਸਭਾ ਦਾ ਇੱਕ ਪ੍ਰਧਾਨ, ਸਕੱਤਰ ਤੇ ਕੁਝ ਮੈਂਬਰ ਹੋਣਗੇ। ਇਹ ਲੋਕਤੰਤਰੀ ਢੰਗ ਨਾਲ ਚੁਣੇ ਜਾਣਗੇ। ਸਿੰਘ ਸਭਾ ਅੰਮ੍ਰਿਤਸਰ ਤੋਂ ਬਾਅਦ ਜਦੋਂ ਸਿੰਘ ਸਭਾ ਲਾਹੌਰ ਹੋਂਦ ਵਿੱਚ ਆਈ ਤਾਂ ਉਹਨਾਂ ਨੇ ਇਹਨਾਂ ਨਿਯਮਾਂ ਵਿੱਚ ਕੁਝ ਹੋਰ ਵਾਧੇ ਕੀਤੇ। ਸਿੱਖ ਧਰਮ ਦੇ ਨਿਯਮਾਂ ਨੂੰ ਪ੍ਰਗਟ ਕਰਨਾ ਤੇ ਥਾਂ ਪਰ ਥਾਂ ਇਸ ਸ੍ਰੇਸ਼ਟ ਧਰਮ ਦੀ ਚਰਚਾ ਕਰਨੀ, ਜਿਨ੍ਹਾਂ ਪੋਥੀਆਂ ਕਿਤਾਬਾਂ ਵਿੱਚ ਸਿੱਖ ਧਰਮ ਦੀ ਵਡਿਆਈ ਤੇ ਭਲਾਈ ਪਾਈ ਜਾਂਦੀ ਹੈ, ਉਹਨਾਂ ਨੂੰ ਛਪਵਾ ਕੇ ਪ੍ਰਗਟ ਕਰਨਾ, ਸੰਪਰਦਾਇ ਬਾਣੀ ਨੂੰ ਪ੍ਰਗਟ ਕਰਨਾ ਤੇ ਉਹਨਾਂ ਤਾਰੀਖਾਂ ਤੇ ਮਜ਼ਹਬੀ ਪੋਥੀਆਂ ਨੂੰ ਜੈਸੇ ਜਨਮ ਸਾਖੀ ਤੇ ਗੁਰੂ ਪ੍ਰਣਾਲੀ ਆਦਿ ਜਿਨ੍ਹਾਂ ਵਿੱਚ ਕਿਸੇ ਤਰ੍ਹਾਂ ਦਾ ਕੁਝ ਸੰਸਾ ਹੈ, ਉਸ ਨੂੰ ਅਸਲੋਂ ਕਢਾਈ ਕੇ ਅੱਗੇ ਪਿੱਛੇ ਦੇਖ ਕੇ ਸ਼ੁੱਧ ਕਰਨਾ, ਪੰਜਾਬੀ ਜ਼ੁਬਾਨ ਦੁਆਰਾ ਇਲਮ ਮਰਵਜ਼ੇ ਦੀ ਉੱਨਤੀ ਕਰਨੀ ਅਤੇ ਇਸ ਅਭਿਆਸ ਨਾਲ ਰਸਾਲੇ ਅਖਬਾਰਾਂ ਨਿਕਾਲਣੀਆਂ। ਜੋ ਲੋਕ ਧਰਮ ਦੇ ਵਿਰੋਧੀ ਹਨ ਅਥਵਾ ਜਿਨ੍ਹਾਂ ਇਸ ਦੇ ਵਿਰੁੱਧ ਕਿਹਾ ਅਥਵਾ ਸੁਣਿਆ ਹੈ, ਅਥਵਾ ਜੋ ਸਿੱਖ ਲੋਕ ਤਖਤਾਂ ਤੋਂ ਖਾਰਜ ਹਨ, ਅਥਵਾ ਜਿਹੜੇ ਆਪਣਾ ਧਰਮ ਛੱਡ ਕੇ ਦੂਸਰੇ ਧਰਮ ਤੇ ਸਮਾਜ ਵਿੱਚ ਜਾ ਰਹੇ ਹੋਣ, ਅਥਵਾ ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਕੀਤੀ ਹੋਵੇ, ਅਥਵਾ ਜੋ ਸਰਕਾਰ ਦੇ ਨਜ਼ਦੀਕ ਮੁਫਸਦ ਗਿਣੇ ਹੋਏ ਹੋਣ, ਅਥਵਾ ਜੋ ਸਲਾਹ ਮਿਲਤ ਤੇ ਭਲਾਈ ਕੌਮ ਦੇ ਵਿਰੋਧੀ ਹੋਣ, ਸਿੰਘ ਸਭਾ ਦੇ ਮੈਂਬਰ ਨਹੀਂ ਬਣ ਸਕਦੇ। ਮਗਰ ਜਦ ਇਹਨਾਂ ਵਿੱਚੋਂ ਕੋਈ ਪਿਛਲੀ ਕੀਤੀ ਤਨਖਾਹ ਲਵਾਵੇ ਤੇ ਅੱਗੋਂ ਵਾਸਤੇ ਸਭਾ ਦੀ ਰਾਏ ਹੋ ਜਾਵੇ ਤਾਂ ਮਿਲ ਸਕਦੇ ਨੇ। ਵੱਡੇ ਮਰਤਬੇ ਵਾਲੇ ਅੰਗਰੇਜ਼ ਬਹਾਦਰ ਵਿਦਿਆ ਸਾਖਤ ਦੇ ਮੈਂਬਰ ਬਣ ਸਕਦੇ ਨੇ। ਹੋਰ ਧਰਮਾਂ ਦੇ ਲੋਕ ਵੀ ਇਸ ਸਭਾ ਦੇ ਮੈਂਬਰ ਬਣ ਸਕਦੇ ਨੇ ਜਦ ਪੱਕੀ ਤਰ੍ਹਾਂ ਮਾਲੂਮ ਹੋ ਜਾਣ ਕਿ ਉਹ ਸਿੱਖ ਧਰਮ ਤੇ ਪੰਜਾਬੀ ਜ਼ੁਬਾਨ ਦੇ ਖੈਰ ਖੁਆਰ ਹਨ। ਕਿਸੇ ਦੂਸਰੇ ਮਤ ਦੇ ਵਿਰੁੱਧ ਕਹਿਣਾ, ਸੁਣਨਾ ਅਥਵਾ ਲਿਖਣਾ ਸ੍ਰੀ ਗੁਰੂ ਸਿੰਘ ਸਭਾ ਦਾ ਕੰਮ ਨਹੀਂ ਹੈ। ਸ੍ਰੀ ਗੁਰੂ ਸਿੰਘ ਸਭਾ ਵਿੱਚ ਕੋਈ ਗੱਲ ਸਰਕਾਰ ਦੇ ਤਲਕ ਨਹੀਂ ਕੀਤੀ ਜਾਵੇਗੀ। ਖੈਰ ਖੁਆਹੀ ਕੌਮ, ਫਰਮਾਬਰਦਾਰੀ ਸਰਕਾਰੀ, ਸਿੱਖ ਧਰਮ ਨਾਲ ਪਿਆਰ ਅਤੇ ਉੱਨਤੀ ਕਰਨਾ, ਵਿਦਿਆ ਦਾ ਪੰਜਾਬੀ ਜ਼ੁਬਾਨ ਦੁਆਰਾ ਅਤੇ ਮਸਲਤ ਉਮਦੀ ਹਰ ਬਾਤ ਵਿੱਚ ਲਿਹਾਜ਼ ਕੀਤਾ ਜਾਵੇਗਾ। ਇਹ ਨਿਯਮਾਂ ਵਾਲੀ ਸਿੰਘ ਸਭਾ ਲਹਿਰ ਦੇ ਅੰਤ ਤੱਕ ਚੱਲਦੀ ਰਹੀ। ਸ਼ੁਰੂ ਵਿੱਚ ਭਾਵੇਂ ਸਿੰਘ ਸਭਾ ਦੇ ਮੁੱਖ ਤੌਰ ਤੇ ਪ੍ਰਧਾਨ, ਸਕੱਤਰ ਤੇ ਕੁਝ ਮੈਂਬਰ ਹੀ ਚੁਣੇ ਗਏ ਸੀ, ਪਰੰਤੂ ਬਾਅਦ ਵਿੱਚ ਲੋੜ ਨੂੰ ਮੁੱਖ ਰੱਖਦਿਆਂ ਸਿੰਘ ਸਭਾ ਦੀ ਕਾਰਜਕਾਰੀ ਕਮੇਟੀ ਵਿੱਚ ਵਾਧਾ ਕਰਕੇ ਪ੍ਰਧਾਨ ਤੇ ਸਕੱਤਰ ਤੋਂ ਇਲਾਵਾ ਮੀਤ ਪ੍ਰਧਾਨ, ਸਹਾਇਕ ਸਕੱਤਰ, ਗਿਆਨੀ, ਉਪਦੇਸ਼ਕ, ਖਜ਼ਾਨਚੀ ਤੇ ਲਾਇਬ੍ਰੇਰੀਅਨ ਨੂੰ ਵੀ ਇਸ ਦੇ ਅਹੁਦੇਦਾਰ ਦੇ ਰੂਪ ਵਿੱਚ ਚੁਣਿਆ ਗਿਆ। ਇਸ ਤਰ੍ਹਾਂ ਇਹ ਸਭਾ ਚੱਲ ਪਈ ਤੇ ਪ੍ਰਚਾਰ ਵੀ ਤੁਰ ਪਿਆ। ਸਿੰਘ ਸਭਾ ਨੇ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਥਾਂ-ਥਾਂ, ਪਿੰਡ-ਪਿੰਡ ਗੁਰਮਤਿ ਸਮਾਗਮ ਆਰੰਭ ਕੀਤੇ। ਲੋਕਾਂ ਨੂੰ ਆਪਣੇ ਧਰਮ ਦੀਆਂ ਰਹੁ ਰੀਤਾਂ ਤੇ ਸਿੱਖ ਸਿਧਾਂਤਾਂ ਤੋਂ ਜਾਣੂ ਕਰਵਾਇਆ। ਸਿੰਘ ਸਭਾ ਲਹਿਰ ਚੂੰਕਿ ਅਮੀਰ, ਗਰੀਬ, ਦੇਸ਼, ਪੰਥ ਅਥਵਾ ਸਰਬੱਤ ਦੇ ਭਲੇ ਲਈ ਜਾਰੀ ਕੀਤੀ ਗਈ ਸੀ, ਇਸ ਲਈ
कंवर बिक्रम सिंह कपूरथला, बाबा खेम सिंह बेदी, राजा बिक्रम सिंह फरीदकोट, सरदार चंदा सिंह वकील, सरदार हरबंस सिंह अटारी, डॉक्टर भाई वीर सिंह, सरदार सुंदर सिंह मजीठिया, बाबा संगत सिंह कमालिया, बाबा अतर सिंह मस्तूआणा, भाई मोहन सिंह वैद, सरदार तख्त सिंह बानी, कन्या महाविद्यालय फिरोजपुर, सरदार तेजा सिंह हजूरिया, सरदार अतर सिंह भदौड़, सरदार जगत सिंह वकील, राजा साहिब नाभा, दीवान बूटा सिंह, सरदार मीहा सिंह, भाई हरसा सिंह ते भाई राम सिंह आदि होर अणगिणत पंथ दर्दियां ते निष्काम सेवकां ने श्री कलगीधर दशमेश पिता जी दे उन्हां 5 गुरमुख परमहंस दुलारिਆਂ ਨੂੰ इस अत लोड़ींदे सर्व सांझे ते उत्तम कारज ਲਈ तणो मणो ते धड़ो पूरा पूरा मिलवर्तन देण ਦਾ भरपूर भरोसा दिता। ਸਿੰਘ ਸਭਾ ਅੰਮ੍ਰਿਤਸਰ ਦੇ ਮੋਢੀਆਂ ਵਿੱਚੋਂ 3 ਪ੍ਰਸਿੱਧ ਆਗੂ ਕੰਵਰ ਵਿਕਰਮ ਸਿੰਘ ਕਪੂਰਥਲਾ, बाबा खेम सिंह बेदी ते सरदार ठाकुर सिंह संधावालीए विचारां पक्षों एक सन। कंवर साहिब निरोल सुधारवादी सन, पर बाबा खेम सिंह बेदी सुधारवादी होण दे नाल-नाल देहधारी गुरुवाद थाप के अपनी पूजा करवाउण दे अभिलाखी भी सन। सरदार ठाकुर सिंह जी दा सुभाव इन्हां दोवां नालों कुछ वखरा सी। वो कई बार ओह पुराना सिੱਖੀ जोश जागन ते इतने गर्म ख्याली हो उठदे कि अंग्रेजी हुकूमत का तख्ता उलटाउण दे सुपने लैण लग जांदे। भावें कुछ होर सिख भी उन्हां दे हिमायती सन, पर सिखां दी बहुसंमति उन्हां दे इस ख्याल तो उलट सी ते ओह उस वेले दी नीति अनुसार सिखां लई अजिहियां गल्लां विच पैणा हानिकारक समझदे सी। सरदार शमशेर सिंह अशोक लिखदे ने कि सन 1873 ईस्वी विच कंवर बिक्रम सिंह, सरदार ठाकुर सिंह संधावालिया, भाई करम सिंह पुजारी, बाबा खेम सिंह बेदी आल सज्जणों के यत्नां नाल अमृतसर विच सिख धर्म ते पंजाबी साहित्य के प्रचार नूं मुख रख के बेशक श्री गुरु सिंह सभा तां बना ली गई सी, पर कुछ असूली ढिलाइयां आ जाण करके उस विच जान नहीं रही सी। इस तरह सिख आगुआं दे कुछ मतभेद होण कारण 2 कुछ साल पिछों ही गुरमत के प्रचार का यह काम मट्ठा पै गया, जो उन्हां बड़े जोशो खरोश नाल चलाया सी। प्रोफैसर भाई गुरमुख सिंह, जो कंवर बिक्रम सिंह जी की प्रेरणा नाल सिंह सभा के कामां विच हिस्सा लैंदे रहे सी, ने उस सिंह सभा नूं कुछ तरद्दत नाल नवां जीवन दे के अपने पैरां सिर खड़ी करन दा यतन कीता ते इसी सभा राही पंजाबी बोली के प्रचार उत्ते जोर दिता। उक्त दसी अनुसार सिंह सभा श्री अमृतसर के कार्यकाल दौरान इस विच कार्य कर रही व्यक्तियों विच कुछ विचारक मतभेद हो गए सी। इस दे सिट्टे वजों 2 नवंबर 1879 ईस्वी नूं सिंह सभा लाहौर की स्थापना हुई। इस दे मैंबर नूं पूरी तरह लोकतंत्री तरीके नाल चुनिया गया, जिस विच सिखां दीआं सारियां जमातां दे लोग शामिल सन। इस सभा के प्रधान दीवान बूटा सिंह ते सकत्तर प्रोफैसर गुरमुख सिंह नूं बनाया गया। फिरंगी सरकार तां पहलां ही सिख सरगर्मियां प्रति चौकन्नी सी। दूजा सिख बुद्धिजीवियों की इस नवीं वड़ी संस्था ने अंग्रेज़ों नूं होर सोचण लई मजबूर कर दिता। प्रोफैसर प्यारा सिंह पदम लिखते हैं कि नामधारी लहर तो घाबरी हुई फिरंगी सरकार सिखां दी हर जथेबंदी विच इनकलाबी दी बू देखती सी। इसलिए सिंह सभा लाहौर बनदियां ही सरकार ने अपने असर रसूख वाले बंदे इस विच शामिल होने लई प्रेरे, ताकि कोई सरकार विरोधी सरगर्मी बिल्कुल ना हो सके। सभा दीआं गतिविधियां ते नज़र रखन अते सरकार विरोधी कार्रवाई हेल करन लई इस विच पंजाब दे गवर्नर सर रॉबर्ट एवर्टन नूं बतौर पैटर्न दे शामिल किया गया सी ते होर अंग्रेज अफसर भी इस विच शामिल किए गए सी। सिंह सभावां पूरे जोर शोर नाल धार्मिक ते समाज सुधारक कार्य करन लगियां, पर सिंह सभा लाहौर का विकास ते फैलाओ वधेरे हो रहा सी, क्योंकि ये पंथक सुधारां दे नाल-नाल गुरुद्वारा साहिबान दे पुजारियां दे सुधार वल भी विशेष ध्यान देण लगी सी, क्योंकि उस समय गुरुद्वारा साहिबान का प्रबंध इन्ना पासी सी ते ये पंथक मर्यादा नूं विगाड़न दे जिम्मेवार सन। खास करके श्री अमृतसर साहिब विखे स्थित अस्थानां उपर पुजारी ही काबल सी ते इन्हां नूं बाबा खेम सिंह बेदी ते होर उच्च रसूख वालियां दा विशेष सहयोग सी, जिस करके प्रोफैसर गुरमुख सिंह नूं बहुत मुश्किल आई। इत्थों तक कि गुरुद्वारा जन्म अस्थान श्री गुरु रामदास जी चूना मंडी लाहौर, जिथे सिंह सभा लाहौर का दफ्तर सी अते संगत इत्थे आउंदी जांदी सी अते सिंह सभा दीआं मीटिंगां भी इत्थे ही हुंदियां सी।
ਇੱਥੋਂ ਦੇ ਪੁਜਾਰੀਆਂ ਨੇ ਕਮਰਿਆਂ ਨੂੰ ਜਿੰਦਰੇ ਮਾਰ ਦਿੱਤੇ। ਪ੍ਰੋਫੈਸਰ ਗੁਰਮੁਖ ਸਿੰਘ ਨੇ ਸਭਾ ਦੇ ਦਫ਼ਤਰ ਦਾ ਪ੍ਰਬੰਧ ਕਿਤੇ ਹੋਰ ਕਰ ਦਿੱਤਾ। ਪਰ ਜਦੋਂ ਸੰਗਤ ਦੀ ਆਮਦ ਗੁਰਦੁਆਰਾ ਸਾਹਿਬ ਵਿਖੇ ਘਟ ਗਈ ਤਾਂ ਪੁਜਾਰੀਆਂ ਨੂੰ ਲੱਗਿਆ ਕਿ ਇਸ ਤਰ੍ਹਾਂ ਤਾਂ ਉਹਨਾਂ ਦੀ ਆਮਦਨ ਹੀ ਘਟ ਜਾਵੇਗੀ ਤੇ ਉਹਨਾਂ ਨੇ ਫੇਰ ਕਮਰੇ ਖੋਲ੍ਹ ਦਿੱਤੇ ਤੇ ਪ੍ਰੋਫੈਸਰ ਗੁਰਮੁਖ ਸਿੰਘ ਤੋਂ ਲਿਖਤੀ ਤੌਰ ਤੇ ਮੁਆਫੀ ਮੰਗੀ। ਇਸ ਤੋਂ ਬਾਅਦ ਸਿੰਘ ਸਭਾ ਅੰਮ੍ਰਿਤਸਰ ਤੇ ਲਾਹੌਰ ਵਿੱਚ ਇਹ ਮਸਲਾ ਖੜਾ ਹੋ ਗਿਆ ਕਿ ਇਹਨਾਂ ਵਿੱਚੋਂ ਕਿਹੜੀ ਵੱਡੀ ਹੈ। ਬਾਬਾ ਖੇਮ ਸਿੰਘ ਬੇਦੀ ਦੇ ਖਿਆਲ ਮੁਤਾਬਿਕ ਤਾਂ ਸਿੰਘ ਸਭਾ ਅੰਮ੍ਰਿਤਸਰ ਪਹਿਲਾਂ ਹੋਂਦ ਵਿੱਚ ਆਉਣ ਕਰਕੇ ਵੱਡੀ ਸੀ, ਪਰ ਕਾਰਜ ਖੇਤਰ ਤੇ ਪ੍ਰਚਾਰ ਕਰਕੇ ਪ੍ਰੋਫੈਸਰ ਗੁਰਮੁਖ ਸਿੰਘ ਸਿੰਘ ਸਭਾ ਲਾਹੌਰ ਨੂੰ ਤਰਜੀਹ ਦਿੰਦੇ ਸੀ। ਇਹਨਾਂ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਹੋਰ ਵੀ ਸਿੰਘ ਸਭਾਵਾਂ ਸਥਾਪਿਤ ਹੋ ਚੁੱਕੀਆਂ ਸੀ, ਜਿਨ੍ਹਾਂ ਵਿੱਚ ਗੁਜਰਾਂਵਾਲਾ, ਵਜ਼ੀਰਾਬਾਦ, ਸਿਆਲਕੋਟ, ਗੁਰਦਾਸਪੁਰ, ਨਾਭਾ, ਸੰਗਰੂਰ ਆਦਿ ਸਿੰਘ ਸਭਾਵਾਂ ਪ੍ਰਸਿੱਧ ਸਨ। ਇਸ ਤਰ੍ਹਾਂ ਸਿੰਘ ਸਭਾਵਾਂ ਦੀ ਇੱਕ ਲਹਿਰ ਸ਼ੁਰੂ ਹੋ ਚੁੱਕੀ ਸੀ। ਇਸ ਲਹਿਰ ਨੇ ਸੰਯੁਕਤ ਰੂਪ ਵਿੱਚ ਵੱਡੇ ਕਾਰਜ ਕੀਤੇ। ਜਿੱਥੇ ਸਿੱਖ ਧਰਮ ਨੂੰ ਸਿਧਾਂਤਕ ਰੂਪ ਵਿੱਚ ਪ੍ਰਚਾਰਿਆ, ਸਿੱਖ ਸਰੋਤਾਂ ਦੀ ਸੰਪਾਦਨਾ ਤੇ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ, ਉੱਥੇ ਕਈ ਖਾਲਸਾ ਸਕੂਲ, ਕਾਲਜ ਤੇ ਹੋਰ ਨਵੀਆਂ ਸਿੱਖ ਸੰਸਥਾਵਾਂ ਵੀ ਹੋਂਦ ਵਿੱਚ ਲਿਆਂਦੀਆਂ। ਖਾਸ ਕਰਕੇ ਸਿੱਖ ਸਮਾਜ ਵਿੱਚ ਪੰਥਕ ਜਾਗਰਤੀ ਪੈਦਾ ਹੋਈ। ਹੁਣ ਗੱਲ ਕਰਾਂਗੇ ਖਾਲਸਾ ਦੀਵਾਨ ਦੀ ਸਥਾਪਨਾ ਦੀ। ਉਕਤ ਅਨੁਸਾਰ ਪੂਰੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਸਿੰਘ ਸਭਾਵਾਂ ਨੂੰ ਸਥਾਪਿਤ ਹੋਣ ਅਤੇ ਇਹਨਾਂ ਦੀ ਗਿਣਤੀ ਵੱਧ ਜਾਣ ਕਰਕੇ ਇਹਨਾਂ ਦੇ ਕਾਰਜਾਂ ਦੀ ਦੇਖ-ਰੇਖ ਤੇ ਆਪਸੀ ਤਾਲਮੇਲ ਕਾਇਮ ਕਰਨ ਲਈ ਇੱਕ ਕੇਂਦਰੀ ਕਮੇਟੀ ਜਾਂ ਸੁਸਾਇਟੀ ਦੀ ਸਥਾਪਨਾ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ। ਦੂਜੇ ਪਾਸੇ ਸਿੰਘ ਸਭਾ ਅੰਮ੍ਰਿਤਸਰ ਤੇ ਲਾਹੌਰ ਦੀ ਆਪਸੀ ਵਿਰੋਧਤਾ ਨੇ ਕੁਝ ਸੁਹਿਰਦ ਸਿੱਖਾਂ ਨੂੰ ਇੱਕ ਸਾਂਝੀ ਸਭਾ ਅਧੀਨ ਦੋਹਾਂ ਨੂੰ ਸੰਗਠਿਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਕਰਕੇ 1880 ਈਸਵੀ ਨੂੰ ਅੰਮ੍ਰਿਤਸਰ ਵਿਖੇ ਇੱਕ ਜਨਰਲ ਸਭਾ ਦੀ ਸਥਾਪਨਾ ਕੀਤੀ ਗਈ, ਜਿਹੜੀ ਕਿ ਕੁਝ ਸਮੇਂ ਉਪਰੰਤ ਇੱਕ ਮਹਾਨ ਸੰਸਥਾ ਦਾ ਰੂਪ ਧਾਰਨ ਕਰ ਗਈ। ਇਹ ਸੰਸਥਾ 11 ਅਪ੍ਰੈਲ 1883 ਈਸਵੀ ਨੂੰ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਨਾਂ ਹੇਠ ਹੋਂਦ ਵਿੱਚ ਆਈ। ਇਸ ਦੇ ਪ੍ਰਧਾਨ ਸਰਦਾਰ ਮਾਨ ਸਿੰਘ ਸਰਬਰਾਹ ਸ਼੍ਰੀ ਦਰਬਾਰ ਸਾਹਿਬ, ਸਕੱਤਰ ਭਾਈ ਗਣੇਸ਼ਾ ਸਿੰਘ ਤੇ ਚੀਫ ਸਕੱਤਰ ਪ੍ਰੋਫੈਸਰ ਭਾਈ ਗੁਰਮੁਖ ਸਿੰਘ ਥਾਪੇ ਗਏ। ਪਿੱਛੋਂ ਇਹਨਾਂ ਵਿੱਚ ਤਬਦੀਲੀ ਕੀਤੀ ਗਈ ਤੇ ਇਸ ਤੋਂ ਕੁਝ ਸਮੇਂ ਬਾਅਦ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਪ੍ਰਬੰਧਕਾਂ ਵਿੱਚ ਆਪਸੀ ਮਤਭੇਦ ਹੋ ਗਿਆ, ਜਿਸ ਕਰਕੇ ਪ੍ਰੋਫੈਸਰ ਗੁਰਮੁਖ ਸਿੰਘ ਨੇ ਕੁਝ ਹੋਰ ਮੈਂਬਰਾਂ ਸਮੇਤ ਘਰ ਬੈਠਣ ਦੀ ਬਜਾਏ ਹੋਰ ਖਾਲਸਾ ਦੀਵਾਨ ਲਾਹੌਰ ਬਣਾਉਣ ਲਈ ਇੱਕ ਇਕੱਤਰਤਾ ਬੁਲਾਈ ਤੇ ਸੰਨ 1886 ਈਸਵੀ ਨੂੰ ਇਸ ਦੀ ਸਥਾਪਨਾ ਕੀਤੀ ਗਈ। ਸਰਦਾਰ ਅਤਰ ਸਿੰਘ ਭਦੌੜੀਏ ਪ੍ਰਧਾਨ ਤੇ ਪ੍ਰੋਫੈਸਰ ਗੁਰਮੁਖ ਸਿੰਘ ਚੀਫ ਸਕੱਤਰ ਬਣੇ। ਸਿੰਘ ਸਭਾ ਲਾਹੌਰ ਨੇ ਬੜੇ ਉਤਰਾਅ ਚੜ੍ਹਾਅ ਵੇਖੇ, ਪਰ ਆਪਸੀ ਮਤਭੇਦਾਂ ਦੇ ਹੁੰਦਿਆਂ ਹੋਇਆਂ ਵੀ ਮਹੱਤਵਪੂਰਨ ਕਾਰਜ ਕੀਤੇ ਤੇ ਸਿੱਖ ਪੰਥ ਨੂੰ ਕਈ ਨਵੀਆਂ ਤੇ ਮਹਾਨ ਸੰਸਥਾਵਾਂ ਪੈਦਾ ਕਰਕੇ ਦਿੱਤੀਆਂ, ਜਿਨ੍ਹਾਂ ਵਿੱਚ ਖਾਲਸਾ ਸੁਸਾਇਟੀ, ਚੀਫ ਖਾਲਸਾ ਦੀਵਾਨ, ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਆਦਿ ਇਹਨਾਂ ਲਹਿਰਾਂ ਦੀ ਹੀ ਉਪਜ ਹਨ। ਹੁਣ ਗੱਲ ਕਰਾਂਗੇ ਕਾਰਜ ਅਤੇ ਪ੍ਰਾਪਤੀਆਂ ਦੀ। ਸਿੰਘ ਸਭਾ ਲਹਿਰ ਦੀ ਸਫਲਤਾ ਪੰਥਕ ਜਜ਼ਬਾ, ਅਮਲੀ ਤੇ ਠੋਸ ਗੁਰਮਤ ਪ੍ਰਚਾਰ ਤੇ ਨਿਰਸਵਾਰਥ ਮਨੋਰਥਾਂ ਦੀ ਪ੍ਰਾਪਤੀ ਦੇ ਫਲਸਰੂਪ ਸੀ। ਦੂਜਾ, ਸਿੰਘ ਸਭਾ ਲਹਿਰ ਦੇ ਮੋਢੀ ਸੇਵਕ ਉਹ ਗੁਰਮੁਖ ਆਗੂ ਸਨ ਜਿਹੜੇ ਅੰਦਰੋਂ ਬਾਹਰੋਂ ਨਿਰਮਲ ਪਰ ਉਪਕਾਰ ਦੀ ਮੂਰਤ, ਨਿਸ਼ਕਾਮ ਸੇਵਕ ਤੇ ਨਾਮ ਬਾਣੀ ਦੇ ਰਸੀਏ ਸਨ, ਜਿਨ੍ਹਾਂ ਨੇ ਆਪਣੇ ਦਿਲਾਂ ਅੰਦਰ ਦੇਸ਼ ਪਿਆਰ, ਕੌਮ ਤੇ ਪੰਥ ਦੀ ਭਲਾਈ ਹਿੱਤ ਆਪਣੇ ਆਰਾਮ ਦੀ ਪਰਵਾਹ ਨਾ ਕਰਦਿਆਂ ਅਹਿਮ ਕਾਰਜ ਕੀਤੇ। ਜਿਵੇਂ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਗੁਰਸਿੱਖਾਂ ਦੇ ਨਿਤ ਕਰਮ ਗੁਰਮਤ ਮਰਿਆਦਾ ਅਨੁਸਾਰ ਮਨਾਉਣੇ ਤੇ ਪ੍ਰਚਾਰ ਨੇ ਆਰੰਭ ਕੀਤੇ। ਸਿੱਖਾਂ ਨੂੰ ਬ੍ਰਾਹਮਣੀ ਦਲਦਲ ਵਿੱਚੋਂ ਕੱਢਣ ਦਾ ਸ਼ਲਾਘਾਯੋਗ ਉਦਮ ਕੀਤਾ। ਗੁਰਮੁਖ ਸਿਧਾਂਤਾਂ ਦੀ ਰੌਸ਼ਨੀ ਵਿੱਚ ਗੁਰਬਾਣੀ ਵਿਆਖਿਆ ਆਰੰਭ ਕੀਤੀ। ਈਸਾਈ ਧਰਮ ਧਾਰਨ ਕਰ ਗਏ ਸਿੱਖਾਂ ਨੂੰ ਮੁੜ ਸਿੱਖ ਧਰਮ ਵਿੱਚ ਪ੍ਰਵੇਸ਼ ਕਰਵਾਉਣ ਦੇ ਯੋਗ ਉਪਰਾਲੇ ਕੀਤੇ। ਵਿਸ਼ੇਸ਼ ਰੂਪ ਵਿੱਚ ਸਿੱਖਾਂ ਵਿੱਚ ਵਿੱਦਿਆ ਦੇ ਪ੍ਰਚਾਰ ਪ੍ਰਸਾਰ ਲਈ ਜਿੱਥੇ ਸਕੂਲ ਕਾਲਜ ਖੋਲ੍ਹੇ ਗਏ, ਉੱਥੇ ਉਚੇਚੇ ਤੌਰ ਤੇ ਇਸਤਰੀ ਵਿੱਦਿਆ ਦੇ ਪ੍ਰਸਾਰ ਲਈ ਕੰਨਿਆ ਪਾਠਸ਼ਾਲਾਵਾਂ ਵੀ ਸਥਾਪਿਤ ਕੀਤੀਆਂ ਗਈਆਂ। ਹੁਣ ਗੱਲ ਕਰਾਂਗੇ ਵਿੱਦਿਅਕ ਅਦਾਰਿਆਂ ਦੀ ਸਥਾਪਨਾ ਦੀ। ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਮੰਨਿਆ ਜਾਂਦਾ ਹੈ। ਸਿੰਘ ਸਭਾ ਲਹਿਰ ਦੇ ਮੋਢੀਆਂ ਨੇ ਸਿੱਖ ਸਮਾਜ ਨੂੰ ਵਿੱਦਿਆ ਦੇ ਖੇਤਰ ਵਿੱਚ ਸਮੇਂ ਦੇ ਹਾਣੀ ਬਣਾਉਣ ਤੇ ਅੰਗਰੇਜ਼ੀ ਸਕੂਲਾਂ ਦਾ ਮੁਕਾਬਲਾ ਕਰਨ ਲਈ ਸਿੱਖ ਸਕੂਲਾਂ ਦੀ ਸਥਾਪਨਾ ਕੀਤੀ। ਇਸ ਦੇ ਦੂਰ ਅੰਦੇਸ਼ੀ ਸੰਚਾਲਕਾਂ ਨੇ ਪੱਛਮੀ ਵਿੱਦਿਆ ਆਧਾਰਿਤ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਾਈ ਕਰਵਾਉਣ ਲਈ ਚੰਗੇ ਅੰਗਰੇਜ਼ ਅਫਸਰਾਂ ਦਾ ਵੀ ਸਹਿਯੋਗ ਪ੍ਰਾਪਤ ਕੀਤਾ। ਸਿੱਖ ਵਿੱਦਿਅਕ ਅਦਾਰਿਆਂ ਦੀ ਸਥਾਪਨਾ ਵਿੱਚ ਸਿੱਖ ਰਾਜਿਆਂ, ਰਾਇਸਾਂ ਅਤੇ ਸਿੱਖ ਸਰਦਾਰਾਂ ਨੇ ਅਹਿਮ ਯੋਗਦਾਨ ਪਾਇਆ। ਇਹਨਾਂ ਵਿੱਚ ਬਾਬਾ ਖੇਮ ਸਿੰਘ ਬੇਦੀ ਦਾ ਨਾਂ ਸਭ ਤੋਂ ਮੋਹਰਲੀ ਕਤਾਰ ਵਿੱਚ ਆਉਂਦਾ ਹੈ।
जिन्हां दे यत्नां सदका पोठोहार, रावलपिंडी ते गुजरात आदि कई स्कूल खुले। विद्यक संस्थावां विच सब तो पहला पंजाबी स्कूल भाई बिहारी लालपुरी जो पंजाबी बोली दे सुचज्जे लिखारी सन, इन्हां दी सहायता नाल लाहौर विखे स्थापित किया गया। सिंह सभा द्वारा होर स्थापित कीती विद्यक अदारियां विच ओरीएंटल कॉलेज लाहौर, पंजाबी यूनीवर्सिटी लाहौर, श्री गुरु गोबिंद सिंह जी बोर्डिंग हाउस लाहौर, सिख कन्या पाठशाला ते खालसा स्कूल लाहौर, कन्या महापाठशाला फिरोजपुर आदि, खालसा स्कूल ते खालसा कॉलेज अमृतसर सिंह सभा की महान देन वजों सामने आईयां विद्यक संस्थावां हन। खालसा कॉलेज शुरू विच एक डिग्री कॉलेज सी। कॉलेज के प्रबंधकों वालों सिखां विच विद्यक पछड़ेवा दूर करन दे नाल-नाल पंजाब खेती प्रधान सूबा होण करके विद्यार्थियों को खेतीबाड़ी के पिता पुरखी किते की विद्या देण वल भी विशेष तवज्जो दी गई। डॉक्टर गंडा सिंह कॉलेज विच समय-समय शुरू होए कोर्सां दा विस्तृत वेरवा दिंदे होए लिखते हैं कि आर्ट्स के विषयों के नाल-नाल साइंस, एग्रीकल्चर, इंजीनियरिंग ते कुछ मास्टर डिग्री कोर्स 1916-17 तो ही शुरू हो गए सी ते बाद विच कुछ होर डिग्रियां वालियां क्लासां दा भी वाधा हुंदा गया, जो हुण यूनीवर्सिटी के मुकाबलिਆਂ ਦਾ कालज है। होर इलाकिਆਂ ਦੀਆਂ कुछ सिंह सभावां ने भी अजिहे कारज किए, जिवें सिंह सभा सियालकोट ने भी एक स्कूल खोलिया। सिंह सभा शिमला की कोशिश नाल उत्थे एक बड़ी आलीशान धर्मशाला बनाई गई। हुण गल करदे हां ਸਾਹਿਤ ਸਿਰਜਣਾ ਤੇ ਗੁਰਮੁਖੀ ਦਾ ਪ੍ਰਚਾਰ ਪ੍ਰਸਾਰ ਦੀ। ਸਾਹਿਤ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ। ਭੂਤਕਾਲ ਦੇ ਸਾਹਿਤਿਕ ਭੰਡਾਰ ਵਿੱਚੋਂ ਹੀ ਵਿਰਸੇ ਤੇ ਵਿਰਾਸਤ ਦੀਆਂ ਅਮੀਰ ਕਲਾਕ੍ਰਿਤੀਆਂ ਨੂੰ ਤਲਾਸ਼ ਕੇ ਭਵਿੱਖਤ ਕਾਲ ਵਿੱਚ ਉਸ ਦੀਆਂ ਨਵੀਆਂ ਤਰਜੀਹਾਂ ਉਲੀਕੀਆਂ ਜਾ ਸਕਦੀਆਂ ਨੇ। ਦੂਜਾ, ਨਵੀਂ ਪੀੜ੍ਹੀ ਨੂੰ ਸਾਹਿਤ ਜਰੀਏ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾ ਕੇ ਵਿਰਾਸਤ ਨਾਲ ਜੋੜ ਕੇ ਰੱਖਿਆ ਜਾ ਸਕਦਾ ਹੈ। ਇਸੇ ਰੌਸ਼ਨੀ ਵਿੱਚ ਸਿੰਘ ਸਭਾ ਨੇ ਗੁਰਮੁਖੀ ਸਿੱਖਣ ਸਿਖਾਉਣ ਅਤੇ ਗੁਰਮੁਖੀ ਲਿਪੀ ਵਿੱਚ ਸਾਹਿਤ ਦੀ ਸਿਰਜਣਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਪੰਜਾਬੀ ਭਾਸ਼ਾ ਅਤੇ ਸਿੱਖ ਇਤਿਹਾਸ ਦੇ ਪ੍ਰਚਾਰ ਪ੍ਰਸਾਰ ਲਈ ਸਭ ਤੋਂ ਪਹਿਲਾਂ ਗੁਰਮੁਖੀ ਸਰੋਤਾਂ ਨੂੰ ਸ਼ੁੱਧ ਰੂਪ ਵਿੱਚ ਸੰਪਾਦਿਤ ਕਰਵਾਇਆ ਗਿਆ ਤੇ ਸਿੱਖ ਵਿਚਾਰਧਾਰਾ ਅਨੁਸਾਰ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ, ਜਿਨ੍ਹਾਂ ਵਿੱਚ ਮੁੱਖ ਤੌਰ ਤੇ ਗਿਆਨੀ ਗਿਆਨ ਸਿੰਘ ਦਾ ਸ਼੍ਰੀ ਗੁਰੂ ਪੰਥ ਪ੍ਰਕਾਸ਼, ਤਵਾਰੀ ਗੁਰੂ ਖਾਲਸਾ, पंडित तारा सिंह नरोत्तम दा गुरमत निर्णय सागर, गुर निरार्थ कोश ते गुरतीर्थ संग्रह आदि महत्वपूर्ण पुस्तकां हन। ज्ञानी दित सिंह रचित नकली सिख प्रबोध, साधु दयानंद ते मेरा संवाद, प्रेमा प्रबोध, गुरमत आरती प्रबोध, गुग्गा गपौड़ा, सुल्तान पुआड़ा ते दम विदारण भाई कान सिंह नाभा रचित हम हिंदू नहीं, गुरमत प्रभाकर ते गुरमत सुधारक आदि इसे लहर दी उपज हन। इन्हां रचनावां नूं गुरमत ग्रंथ प्रचारक सभा जो सन 1885 विच बनाई गई सी ने छाप के पूरा किया। सिंह सभा ने पंजाबी भाषा के प्रचार प्रसार ਅਤੇ सिख धर्म के संदेश नूं लोकां तक पहुँचाउण लई कई नवें रसाले, अखबारां ते समाचार पत्रां की प्रकाशना ही नहीं की, बल्कि पंजाबी पत्रकारी का भी मुंड बन्निया। इन्हां अखबारां, रसालियां ते समाचार पत्रां विच गुरमुखी अखबार, खालसा अखबार, खालसा समाचार, मासिक पत्र, विद्यारथ, रसाला सुधारक, श्री गुरमत प्रकाश, पंजाब दर्पण ते खालसा गजट आदि प्रमुख सन। इन्हां विचों डॉक्टर गंडा सिंह अनुसार 1873 तो 1886 तक ही पंजाबी भाषा की अद्धी दर्जन पत्र छपण लग पए सी। समय की लोड़ मुताबिक इस विच होर वाधे भी कीते गए। प्रकाशना के इन्हां सारे कारजां नूं अंजाम तक पहुँचाउण लई सिख राजिਆਂ ਦੇ विशेष सहयोग सदका खालसा प्रेस लाहौर भी लगाई गई। इस तो इलावा 1894 ईस्वी विच खालसा टैक्ट सोसाइटी की स्थापना की गई, जिसने सिख पंथ के ਵੱਖ-ਵੱਖ विषयों पर हज़ारां ट्रैक्ट छाप के ਸਾਹਿਤ ਸਿਰਜਣਾ ਵਿੱਚ ਭਾਰੀ योगदान पाया। ਤਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਸੀ ਸਿੰਘ ਸਭਾ ਲਹਿਰ ਦੀ ਸਥਾਪਨਾ ਅਤੇ ਉਦੇਸ਼ ਸੰਬੰਧੀ, ਜਿਹੜਾ ਕਿ ਡਾਕਟਰ ਰਾਜਵਿੰਦਰ ਸਿੰਘ ਜੋਗਾਵਾਲ ਹੋਰਾਂ ਵੱਲੋਂ ਆਪਣੀ ਪੁਸਤਕ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਅਗਲੀ ਵੀਡੀਓ ਦੇ ਵਿੱਚ ਸਿੰਘ ਸਭਾਵਾਂ ਤੇ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਅਤੇ ਕਈ ਹੋਰ ਅਹਿਮ ਪਹਿਲੂਆਂ ਸੰਬੰਧੀ ਇਸ ਪੁਸਤਕ ਵਿੱਚ ਦਰਜ ਤੱਥਾਂ ਬਾਰੇ ਤੁਹਾਡੇ ਨਾਲ ਸਾਂਝ ਪਾਵਾਂਗੀ। ਹੁਣ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।